ਇਹ ਪਵਿੱਤਰ ਸਥਾਨ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮਨਮੋਹਕ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸੁਸ਼ੋਭਿਤ ਹੈ। ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਲੋਕਾਈ ਦਾ ਉਦਾਰ ਕਰਨ ਲਈ 4 ਸਾਲ 2 ਮਹੀਨੇ 11 ਦਿਨ ਰਹੇ। ਸ੍ਰੀ ਗੁਰੂ ਰਵਿਦਾਸ ਜੀ ਦੁਨੀਆ ਦੇ ਉਦਾਰ ਲਈ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਰਹਿ ਰਹੇ ਸਨ ਤੇ ਹਮੇਸ਼ਾ ਪ੍ਰਭੂ ਦੀ ਬੰਦਗੀ 'ਚ ਲੀਨ ਰਹਿੰਦੇ ਸਨ। ਇਹ ਇਲਾਕਾ ਗੁਰੂ ਜੀ ਦੀ ਕਿਰਪਾ ਨਾਲ ਖੁਸ਼ਹਾਲ ਹੋਣ ਲੱਗਾ। गुरु जी की अपार कृपा नाल बह रहे झरने ते सरोवर च संगत इशनान करके अपना जीवन सफला करती है। संगतां दी सहूलत लई लंगर निरंतर चलदा है, जिथे देश विदेश तो श्रद्धालु अपना वध तों वध योगदान पाउंदे रहिंदे हन। देश विदेश तो इत्थे हर रोज संगत नतमस्तक होकर गुरु घर दीआं खुशियां प्राप्त करती है। इत्थे सरोवर ते इमारत दा निर्माण शुरू है, जिस लई देश विदेश की संगत अपना योगदान ते सेवा कर रही है। सारा दिन इत्थे श्री गुरु रविदास जी की महिमा के गुणगान होंदे हन। गुरु घर की कमेटी के मुख्य काम हन समाज में फैलियां बुराइयां दूर करना, खूनदान कैंप, अखां दे कैंप लगाने आदि हन। इत्थे मैडिकल कॉलेज और तकनीकी कॉलेज खोलण का विचार है। इस दे नाल ही सब धर्मां दा सत्कार करते हुए श्री गुरु रविदास महाराज के मिशन बेगमपुरा नूं घर घर पहुंचाउणा है। गुरु घर बारे ताज़ा जानकारी लिए महीनावार पेपर आ धर्म पत्रिका भी शुरू किया गया है। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਸਥਾਨ ਸ਼੍ਰੀ ਚਰਨਚੂ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਸਾਧ ਸੰਗਤ ਜੀ ਰੱਬੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ, ਜਿੱਥੇ ਆਪਣੇ ਪਾਵਨ ਪਵਿੱਤਰ ਚਰਨਾਂ ਤੋਂ ਅੰਮ੍ਰਿਤ ਧਾਰਾ ਗੰਗਾ ਪ੍ਰਗਟ ਕੀਤੀ, ਜੋ ਅੱਜ ਸਾਧ ਸੰਗਤ ਜੀ 507 ਸਾਲ ਤੋਂ ਲਗਾਤਾਰ ਨਿਰੰਤਰ ਵਹਿ ਰਹੀ ਹੈ। ਉਹ ਪਾਵਨ ਪਵਿੱਤਰ ਧਰਤੀ ਜਿੱਥੇ ਸਤਿਗੁਰਾਂ ਨੇ ਅੰਮ੍ਰਿਤ ਜਲ ਬਖਸ਼ਣ ਕੀਤਾ ਹੈ, ਉੱਥੇ ਸਾਹਿਬ ਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਰੱਬੀ ਇਲਾਹੀ ਬਾਣੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਸ ਨੂੰ ਪਾਤਸ਼ਾਹ ਬਚਨ ਕਰਦੇ ਨੇ, ਜਿਨ ਹਰ 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 ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਸਤਿਗੁਰ ਦੀ ਸੰਗਤ ਉਹਨਾਂ ਪ੍ਰਭੂ ਪਿਆਰੀਆਂ ਰੱਬੀ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੂੰ ਪਰਮ ਪਿਤਾ ਪਰਮੇਸ਼ਰ ਆਪਣੇ ਚਰਨਾਂ ਦੀ ਰਹਿਮਤ ਬਖਸ਼ ਦਿੰਦਾ ਹੈ, ਚਰਨਾਂ ਦਾ ਪ੍ਰੇਮ ਬਖਸ਼ ਦਿੰਦਾ ਹੈ। ਇਸ ਲਈ ਸਾਹਿਬ ਆਖਦੇ ਨੇ, ਮਹਾ ਪਵਿੱਤਰ ਸਾਧ ਕਾ ਸੰਗ ਜਿਤ ਭੇਟਤ ਲਾਗੇ ਹਰ ਰੰਗ। ਜਿਸ ਨੂੰ ਪਾਤਸ਼ਾਹ ਦੀ ਬਚਨ ਹਨ। ਸਾਧ ਸੰਗਤ ਜੀ, ਅੱਜ ਮਿਹਰ ਹੋਈ ਏ ਵੱਡੇ ਭਾਗ ਭੇਟੇ ਗੁਰਦੇਵਾ। ਸਤਿਗੁਰਾਂ ਦੀ ਸੰਗਤ ਦੇ ਅੰਦਰ ਜੁੜ ਕਰਕੇ ਪਾਤਸ਼ਾਹ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ ਸ਼ਬਦ ਕਲ ਕੇਵਲ ਨਾਮ ਆਧਾਰ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਗੌੜੀ ਅਤੇ ਅੰਗ 346 ਤੇ ਸੁਭਾਈਮਾਨ ਹੈ। ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਅੰਤਰੀ ਭਾਵ ਬਖਸ਼ਿਸ਼ ਕਰਦੇ ਨੇ ਕਿ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਗਿਆਨ ਪ੍ਰਦਾਨ ਹੈ, ਨਾਮ ਸਿਮਰਨ ਦੀ ਮਹਿਮਾ ਹੈ। ਨਾਮ ਸਿਮਰਨ ਸਦਕਾ ਹੀ ਪਰਮ ਪਿਤਾ ਪਰਮੇਸ਼ਰ ਦੀ ਰਹਿਮਤ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਖੁਸ਼ੀਆਂ, ਜੀਵਨ ਨੂੰ ਉਜਵਲਾ ਸੁਹਾਵਣਾ ਸ਼ੁਭ ਨੇਕ ਬਣਾਇਆ ਜਾ ਸਕਦਾ ਹੈ। ਇਸ ਲਈ ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਹਨ, ਸਤ ਜੁਗ ਸਤ ਤ੍ਰੇਤਾ ਜਗੀ, ਦੁਆਪਰ ਪੂਜਾ ਚਾਰੂ, ਤੀਨੋਂ ਜੁਗ ਤੀਨੋਂ ਦਿੜੀ, ਕਲ ਕੇਵਲ ਨਾਮ ਆਧਾਰੂ। ਸਤਿਯੁਗ ਦੇ ਅੰਦਰ ਸਾਧ ਸੰਗਤ ਜੀ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੜਾ ਜੀਵ ਹੈ, ਪ੍ਰਾਣੀ ਹੈ, ਮਨੁੱਖ ਹੈ, ਦਾਨ ਕਰਦਾ ਹੈ, ਸੱਚ ਦੇ ਅੰਦਰ ਸੱਚੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ। ਇਸ ਲਈ ਪਾਤਸ਼ਾਹ ਦੇ ਬਚਨ ਸਤਿਯੁਗ ਸਭ ਕੋ ਸੱਚ ਸਮਾਵੈ, ਸਾਰੀ ਸ੍ਰਿਸ਼ਟੀ ਸੱਚ ਤੇ ਖੜੀ ਹੈ। ਪਰ ਸਾਧ ਸੰਗਤ ਜੀ ਸਾਜਣ ਹਾਰੇ ਸਾਡਿਆਂ ਨਾਲ ਹਉਮੈ ਪਾਏ। ਜਦੋਂ ਪਰਮ ਪਿਤਾ ਪਰਮੇਸ਼ਰ ਨੇ ਸੰਸਾਰ ਸਾਜਿਆ ਹੈ ਤੇ ਜਿਹੜਾ ਮਨੁੱਖ ਦੇ ਅੰਦਰ ਸ਼ੈਤਾਨ ਰੂਪ ਹਉਮੈ ਅਹੰਕਾਰ ਰੱਖ ਦਿੱਤਾ ਹੈ
ਤੇ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਈ। ਸੱਚ ਨਾਲ ਝੂਠ ਦਾ, ਪ੍ਰਕਾਸ਼ ਦੇ ਨਾਲ ਹਨੇਰੀ ਦਾ ਵਿਰੋਧ ਹੈ। ਦੋ ਇੱਕ ਜਗ੍ਹਾ ਰਹਿ ਨਹੀਂ ਸਕਦੇ। ਜੇ ਅੰਧੇਰਾ ਏ ਤੇ ਪ੍ਰਕਾਸ਼ ਦੂਰ ਹੋਵੇ, ਜੇ ਪ੍ਰਕਾਸ਼ ਏ ਤਾਂ ਅੰਧੇਰਾ ਖਤਮ ਹੋ ਜਾਂਦਾ ਹੈ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਸਤ ਯੁਗ ਸਤ ਤ੍ਰੇਤਾ ਜਗੀ। ਸੱਚ ਦੇ ਯੁੱਗ ਦੇ ਅੰਦਰ ਪ੍ਰਾਣੀ ਸੱਚ ਤੇ ਖਲੋਤਾ ਏ, ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੇ ਅੰਦਰ ਸੱਚ ਕਮਾਉਂਦਾ ਹੈ। ਤ੍ਰੇਤੇ ਦੇ ਅੰਦਰ ਜਦੋਂ ਇਸ ਮਨੁੱਖ ਦੇ ਸੰਸਾਰ ਆਪਣੀ ਸ਼ੋਹਰਤ, ਆਪਣੀ ਹਉਮੈ ਦੇ ਅੰਦਰ ਗਰਸਿਆ ਗਿਆ ਏ ਤੇ ਸਾਧ ਸੰਗਤ ਦੀ ਭੈੜ ਆ ਗਿਆ, ਵਿਕਾਰ ਆ ਗਏ ਨੇ। ਉਹਨਾਂ ਵਿਕਾਰਾਂ ਨੂੰ ਦੂਰ ਕਰਨ ਲਈ ਇਸ ਪ੍ਰਾਣੀ ਨੇ ਯੱਗ ਸ਼ੁਰੂ ਕਰ ਦਿੱਤੇ ਨੇ। ਸਤ ਯੁਗ ਸਤ ਤ੍ਰੇਤਾ ਜਗੀ। ਤ੍ਰੇਤੇ ਦੇ ਅੰਦਰ ਜੱਗ ਦੀ ਸ਼ੁਰੂਆਤ ਹੋਈ ਏ, ਆਤਮਾ ਹੋਈ ਏ, ਸਰੀਰ ਬਦਲਿਆ ਏ। ਤ੍ਰੇਤਾ ਜਗੀ ਦੁਆਪਰ ਪੂਜਾ ਚਾਰੂ। ਅੱਗੇ ਯੁੱਗ ਦੁਆਪਰ ਆ ਗਿਆ ਏ। ਤੀਸਰੇ ਯੁੱਗ ਦੇ ਅੰਦਰ ਸਾਧ ਸੰਗਤ ਦੀ ਪੂਜਾ ਸ਼ੁਰੂ ਹੋ ਗਈ, ਅਰਚਨਾ ਸ਼ੁਰੂ ਹੋ ਗਈ। ਭਾਵ ਮਨੁੱਖ ਮਨੁੱਖ ਦੇ ਨਾਲ ਅਤਿਆਚਾਰ ਕਰਦਾ ਏ। ਮਨੁੱਖ ਮਨੁੱਖ ਤੇ ਦਵੈਤ ਭਾਵਨਾ, ਬੇਈਮਾਨੀ ਸਾਧ ਸੰਗਤ, ਚੁਗਲੀ, ਨਿੰਦਿਆ, ਬਖੀਲੀ, ਈਰਖਾ ਕਰਦਾ ਹੈ। ਇਸ ਲਈ ਸਾਧ ਸੰਗਤ ਦੀ ਐਸਾ ਧਰਮ ਕਮਜ਼ੋਰ ਹੋਇਆ ਏ, ਸੱਚ ਕਮਜ਼ੋਰ ਹੋਇਆ ਏ ਤੇ ਪੂਜਾ ਅਰਚਨਾ ਸ਼ੁਰੂ ਹੋ ਗਈ। ਤੇ ਪਾਤਸ਼ਾਹ ਦੇ ਬਚਨ ਨੇ, ਪਾਤਸ਼ਾਹ ਬਚਨ ਕਰਦੇ ਨੇ, ਤੀਨੋਂ ਯੁੱਗ ਤੀਨੋਂ ਦੜੇ। ਅਸੀਂ ਤਿੰਨਾਂ ਯੁੱਗਾਂ ਨੂੰ ਵਿਚਾਰ ਕੇ ਤੱਕਿਆ ਏ, ਸੋਚਿਆ ਏ, ਸਮਝਿਆ ਏ, ਵਿਚਾਰਿਆ ਏ ਤੇ ਅਟਲ ਸੱਚਾਈ ਕੀ ਏ। ਤੇ ਪਾਤਸ਼ਾਹ ਕਹਿੰਦੇ ਨੇ, ਕਲ ਕੇਵਲ ਨਾਮ ਆਧਾਰੂ। ਕਲ ਕੇਵਲ ਨਾਮ ਆਧਾਰੂ। ਕਲਯੁਗ ਦੇ ਅੰਦਰ ਜੇ ਜੀਵਨ ਦਾ ਕੋਈ ਆਸਰਾ ਹੈ, ਜੀਵਨ ਦੀ ਕੀ ਓਟ ਹੈ, ਬਲ ਹੈ, ਤਾਕਤ ਹੈ, ਟੇਕ ਹੈ, ਉਹ ਪਰਮ ਪਿਤਾ ਪਰਮੇਸ਼ਰ ਦਾ ਸਿਮਰਨ ਹੈ। ਇਸੇ ਲਈ ਪਾਤਸ਼ਾਹ ਨੇ ਆਖਿਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭ ਕਾ ਸਿਮਰਨ ਉਦਰੀ ਮੂਚਾ। ਸੇ ਸਿਮਰਨ ਜਿਨ ਆਪ ਦਇਆਲਾ। ਨਾਨਕ ਜਨ ਕੀ ਮੰਗੈ ਰਵਾਲਾ। ਸਿਮਰਨ ਉਹ ਰੂਹਾਂ ਕਰਦੀਆਂ ਨੇ ਜਿਨ੍ਹਾਂ ਤੇ ਪਰਮੇਸ਼ਰ ਆਪ ਦਿਆਲੂ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ, ਔਰ ਸਤਿਗੁਰਾਂ ਨੇ ਐਲਾਨੀਆਂ ਕਹਿ ਦਿੱਤਾ, ਕਲ ਕੇਵਲ ਨਾਮ। ਕੱਲ ਦੇ ਅੰਦਰ ਜੇ ਜ਼ਿੰਦਗੀ ਦੀਆਂ ਖੁਸ਼ੀਆਂ ਲੈਣੀਆਂ ਏ, ਜ਼ਿੰਦਗੀ ਸਫਲ ਕਰਨੀਆਂ, ਤੇ ਕੇਵਲ ਪਰਮੇਸ਼ਰ ਦਾ ਨਾਮ ਹੈ, ਸੱਚ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਪਾਰ ਕੈਸੀ ਪਾਉ ਬੂਰੇ, ਮੁਸਕੋ ਨਾ ਕਹਿ ਸਮਝਾਏ। ਪਾਰ ਕੈਸੀ ਪਾਈ ਬੂਰੀ, ਮੁਸਕੋ ਨਾ ਕਹਿ ਸਮਝਾਏ। ਜਾਤੀ ਆਵਾਗਮਨ ਬਿਲਾਏ। ਇਸ ਜੀਵ ਦਾ ਪਾਰ ਉਤਾਰਾ ਕਿਵੇਂ ਹੋਣਾ ਹੈ, ਭਾਵ ਜ਼ਿੰਦਗੀ ਸਫਲ ਕਿਵੇਂ ਹੋਣੀ ਹੈ, ਜੀਵਨ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋਣੀਆਂ ਨੇ, ਇਹ ਕੋਈ ਸਮਝਾ ਕੇ ਨਹੀਂ ਦੱਸਦਾ। ਪਾਰ ਕੈਸੇ ਪਾਏ ਬੂਰੀ। ਇਸ ਜੀਵ ਰੂਪੀ ਆਤਮਾ ਦਾ, ਪ੍ਰਾਣੀ ਦਾ ਪਾਰ ਉਤਾਰਾ ਕਿਵੇਂ ਹੋਣਾ ਹੈ, ਮੁਕਤੀ ਕਿਵੇਂ ਹੋਣੀ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਣੀ, ਇਹ ਕੋਈ ਸਮਝਾ ਕੇ ਨਹੀਂ ਦੱਸਦਾ। ਕੋ ਨਾ ਕਹਿ ਸਮਝਾਏ। ਜਾਤੀ ਆਵਾ ਗਵਨ ਬਲਾਏ। ਜਿਸ ਸਿਮਰਨ ਸਦਕਾ, ਜਿਸ ਗਿਆਨ ਸਦਕਾ, ਜਿਸ ਮਿਹਰ ਸਦਕਾ ਇਹ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਹੈ। ਉਹ ਨਾਮ ਕਿਹੜਾ ਹੈ, ਉਹ ਸਿਮਰਨ ਕਿਹੜਾ ਹੈ, ਉਹ ਕਿਹੜੀ ਰਹਿਮਤ ਹੈ, ਉਹ ਕਿਹੜੇ ਪਲ ਨੇ, ਕਿਹਨਾਂ ਨੂੰ ਪ੍ਰਾਪਤ ਹੁੰਦੇ ਨੇ। ਪਾਰ ਕੈਸੇ ਪਾਈ ਬੁਰੀ, ਮੂਸੋ ਕਹੂ ਨਾ ਕਹਿ ਸਮਝਾਏ। ਜਾਤੀ ਆਵਾ ਗਵਨ। ਜਿਸ ਸਦਕਾ ਜਨਮ ਮਰਨ ਦਾ ਚੱਕਰ ਖਤਮ ਹੋ ਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਏ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ। ਜਿਸ ਸੱਚੀ ਪ੍ਰੀਤ ਨਾਲ ਜਿਹਨੂੰ ਮਿਲਣਾ ਹੈ, ਉਹ ਕੁਝ ਸਮਝਾ ਕੇ ਨਹੀਂ ਕਹਿ ਰਿਹਾ ਹੈ, ਦੱਸ ਨਹੀਂ ਰਿਹਾ ਹੈ। ਬਹੁ ਬਿਧ ਧਰਮ ਨਿਰੂਪੀਏ, ਕਰਤਾ ਦੀਸੈ ਸਭ ਲੋਏ। ਜਗਤ ਤੇ ਜਦੋਂ ਝਾਤ ਮਾਰਦੇ ਹਾਂ ਤੇ ਅਨੇਕਾਂ ਧਰਮ ਨੇ ਤੇ ਅਨੇਕਾਂ ਪ੍ਰਾਣੀ ਆਪੋ ਆਪਣੇ ਧਰਮ ਅਨੁਸਾਰ ਕਰਮ ਕਰਦੇ ਨੇ, ਧਰਮ ਕਮਾਉਂਦੇ ਨੇ। ਬਹੁ ਵਿਧ ਧਰਮ, ਬਹੁਤੇ ਧਰਮਾਂ ਦਾ ਨਿਰੀਖਣ ਕਰਕੇ ਪਾਤਸ਼ਾਹ ਕਹਿੰਦੇ ਨੇ ਦੇਖਿਆ ਏ, ਸਾਹਮਣੇ ਦੇਖ ਰਹੇ ਹਾਂ, ਤੱਕ ਰਹੇ ਹਾਂ। ਬਹੁ ਵਿਧ ਧਰਮ ਨਿਰੂਪੀ, ਕਰਤਾ ਦੀਸੇ ਸਭ ਲੋਏ। ਸਾਰੇ ਸੰਸਾਰੀ ਜੀਵ ਆਪੋ ਆਪਣੇ ਧਰਮ ਅਨੁਸਾਰ ਆਪੋ ਆਪਣੇ ਕਰਮ ਕਰਦੇ ਦਿਸਦੇ ਆ। ਬਹੁ ਵਿਧ ਧਰਮ ਨਿਰੂਪੀਏ, ਕਰਤਾ ਦੀਸੈ ਸਭ ਲੋਏ।
ਕਵਨ ਕਰਮ ਤੇ ਛੂਟੀਐ ਡੇ ਸਾਦਾ ਸਭ ਸਿਧ ਹੋਈ। ਉਹ ਕਿਹੜਾ ਕਰਮ ਹੈ, ਉਹ ਕਿਹੜੇ ਸ਼ੁਭ ਕਰਮ ਨੇ ਜਿਨ੍ਹਾਂ ਨੂੰ ਕਰਕੇ, ਜਿਨ੍ਹਾਂ ਨੂੰ ਕਮਾ ਕਰਕੇ ਸਭ ਸਿੱਧ ਹੋਏ। ਸਾਰੇ ਕੰਮ ਸੌਰ ਜਾਂਦੇ ਆ, ਸਾਰੇ ਕੰਮ ਸਫਲ ਹੋ ਜਾਂਦੇ ਆ। ਕਿਸੇ ਤਰ੍ਹਾਂ ਦੀ ਕਿਉਕੜ, ਸੰਕਟ, ਈਰਖਾ, ਬਖੀਲੀ, ਦਵੈਤ ਨਹੀਂ ਰਹਿੰਦੀ। ਉਹ ਕਿਹੜਾ ਕਰਮ ਹੈ, ਉਹ ਕਿਹੜਾ ਨਾਮ ਹੈ, ਉਹ ਕਿਹੜਾ ਸ਼ਬਦ ਹੈ। ਕਵਨ ਕਰਮ ਤੇ ਛੂਟੀਏ ਡੀ ਸਾਧੈ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਐ ਸ਼ੰਕਾ ਸੁਣ ਵੇਦ ਪੁਰਾਣ। ਚੱਲ ਰਿਹਾ ਧਾਰਮ ਗ੍ਰੰਥਾਂ ਦੇ ਅਨੁਸਾਰ ਬਹੁਵੇ ਧਰਮ ਰੂਪੀ ਕਰਤਾ ਦਿਸੇ ਸਭ ਲੋਏ। ਕਵਨ ਕਰਮ ਤੇ ਛੂਟੀ ਦੇ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ ਵੇਦ ਪੁਰਾਣ। ਧਾਰਮ ਗ੍ਰੰਥਾਂ ਨੂੰ ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਵਿਚਾਰਾਂ ਨੂੰ ਜਦੋਂ ਹਿਰਦੇ ਵਿੱਚ ਵਸਾਉਂਦੇ ਹਾਂ ਤੇ ਦੁਵਿਧਾ ਪੈਦਾ ਹੋ ਜਾਂਦੀ ਹੈ। ਤੇ ਧਾਰਮਿਕ ਗ੍ਰੰਥ ਕੁਝ ਕਰਮਾਂ ਨੂੰ ਕਰਨ ਦੀ ਆਗਿਆ ਦਿੰਦੇ ਆ ਤੇ ਕੁਝ ਕਰਨ ਤੋਂ ਮਨਾਹੀ ਕਰਦੇ ਆ। ਤੇ ਸਾਸਨ ਅੱਜ ਸ੍ਰੀ ਗੁਰੂ ਦਾਸ ਇਤਿਹਾਸਕ ਧੰਨ ਚਰਨ ਛੁ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਦੀ ਸਾਬ ਧਰਤੀ ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰਦੇ ਹੋਏ ਸਾਧ ਸੰਗਤ ਦੇ ਅੱਜ ਬਚਨ ਕਰਦੇ ਨੇ, ਕਲ ਕੇਵਲ ਨਾਮ। ਕਲਯੁਗ ਦੇ ਅੰਦਰ ਕੇਵਲ ਨਾਮ ਹੈ, ਕੇਵਲ ਸਿਮਰਨ ਹੈ, ਕੇਵਲ ਸੱਚ ਹੈ। ਤੇ ਅੱਜ ਬਚਨ ਕਹਿ ਦਿੱਤਾ, ਬਹੁ ਬਿਦ ਧਰਮ ਨਰੂਪੀਏ ਕਰਤਾ ਦੀਸੈ ਸਭ ਲੋਏ। ਬਹੁਤੇ ਧਰਮਾਂ ਨੂੰ ਵਿਚਾਰ ਕੇ ਦੇਖਦੇ ਸੰਸਾਰ ਕਰਦਾ ਕਰਮ ਕਰਦਾ ਨਜ਼ਰ ਆ ਰਿਹਾ ਹੈ। ਤੇ ਇਸ ਲਈ ਪਾਤਸ਼ਾਹ ਨੂੰ ਕਹਿਣਾ ਪਿਆ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਡਗਾਤੀ ਲੁੱਟੇ। ਇਹ ਜਿਹੜਾ ਦਿਖਾਵੇ ਲਈ ਦੁਨੀਆ ਨਾ ਧਰਮ ਦੇ ਕਰਮ ਕਰਦੀ ਆ, ਕੇਵਲ ਪਖੰਡ ਹੈ। ਇਹਨੂੰ ਤੇ ਜੰਮ ਜਗਾਤੀ ਰਸਤੇ ਵਿੱਚ ਹੀ ਲੁੱਟ ਲੈਂਦਾ ਏ। ਜਿਵੇਂ ਅੱਜ ਕਈ ਵਾਰੀ ਦੇ ਦੇ ਨਾ, ਜ਼ਿਮੀਂਦਾਰ ਫਸਲ ਬੀਜਦਾ ਏ, ਪਰ ਜਦੋਂ ਮੰਡੀ ਵਿੱਚ ਲਿਆਉਂਦਾ ਏ ਕਿਰਾਇਆ ਵੀ ਨਹੀਂ ਪੂਰਾ ਹੁੰਦਾ ਤੇ ਸਾਸਨ ਦੀ ਫਸਲ ਦਾ ਮੁੱਲ ਵੱਟ ਕੇ ਘਰ ਕੀ ਲੈ ਜਾਣਾ। ਇਸੇ ਤਰ੍ਹਾਂ ਅਸੀਂ ਜ਼ਿੰਦਗੀ ਦੇ ਅੰਦਰ ਜਿਹੜੇ ਭੈੜੇ ਕਰਮ ਕਰਦੇ ਆ, ਉਹ ਤੇ ਰਾਹ ਦੇ ਵਿੱਚ ਜੰਮ ਵਸੂਲੀਆ ਲੁੱਟ ਲੈਂਦਾ। ਜਿਹੜਾ ਦਿਖਾਵਾ ਕਰਦੇ, ਜਿਹੜਾ ਹੈ ਹੀ ਦਿਖਾਵਾ, ਦੁੱਖ ਜਮਾ ਆਵਾ, ਫਿਰ ਦੁੱਖ ਨੂੰ ਤਾਂ ਆਪੇ ਬਾਡਾ ਮਾਰਦੇ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦਿਸੇ, ਜਿਹੜੇ ਦਿਖਾਵੇ ਲਈ ਕੀਤਾ ਜਾ ਰਿਹਾ ਏ, ਦੁਨੀਆ ਦੀ ਵਡਿਆਈ ਪ੍ਰਾਪਤ ਕਰਨ ਨੂੰ ਕੀਤਾ ਜਾ ਰਿਹਾ ਏ, ਉਹ ਕੇਵਲ ਪਖੰਡ ਏ। ਇਸ ਲਈ ਪਾਤਸ਼ਾਹ ਨੇ ਬਚਨ ਲਿਖੇ, ਕੌਣ ਵੱਡਾ ਮਾਇਆ ਵਡਿਆਈ। ਇਹ ਦੁਨੀਆ ਦੀ ਵਡਿਆਈ ਕਰਕੇ ਕੋਈ ਵੱਡਾ ਹੋਇਆ ਅਜੇ ਤੱਕ? ਸੋ ਵੱਡਾ ਜਿਨ੍ਹਾਂ ਦੀ ਪਰਮੇਸ਼ਰ ਦੇ ਚਰਨਾਂ ਵਿੱਚ ਕਣ ਕਣ ਵਿੱਚ ਰਮੀ ਹੋਈ, ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲੱਗੀ, ਉਹ ਵੱਡੇ ਆ। ਭੂਮੀਆਂ ਭੂਮ ਉੱਪਰ ਨਿਤ ਲੂਝੇ ਛੋੜ ਚੱਲੈ, ਇਹ ਤਤ ਨਹੀਂ ਬੂਝੇ। ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ। ਅਟਲ ਸਚਾਈ ਸਾਹਿਬ ਗੁਰੂ ਨਾਨਕ ਕਹਿੰਦੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਆਨੰਦ ਨਹੀਂ, ਰਸ ਨਹੀਂ, ਮੁਕਤੀ ਨਹੀਂ, ਜੀਵਨ ਸਫਲ ਨਹੀਂ ਹੋਣਾ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਬਹੁ ਬਿਦ ਧਰਮ ਨਰੂਪੀਏ ਕਰਤਾ ਦੀਸੈ ਸਭ ਲੋਏ। ਬਹੁਤੇ ਧਰਮਾਂ ਦਾ ਨਿਰੀਖਣ ਕਰਕੇ ਦੇਖਿਆ ਆ, ਦੁਨੀਆ ਕਰਦੀ ਨਜ਼ਰ ਆਉਂਦੀ ਹੈ, ਪਰ ਕਵਨ ਕਰਮ ਤੇ ਛੂਟੀਏ ਦੇ ਸਾਧ ਹੈ। ਉਹ ਕਿਹੜਾ ਕਰਮ ਆ ਜਿਹਨੂੰ ਕਰਕੇ ਜੀਵਨ ਸਫਲ ਹੋ ਜਾਣਾ ਹੈ, ਜ਼ਿੰਦਗੀ ਦਾ ਆਨੰਦ ਪ੍ਰਭੂ ਦੀ ਪ੍ਰਾਪਤੀ ਹੋ ਜਾਣੀ ਹੈ। ਉਹ ਕਿਹੜਾ ਕਰਮ ਹੈ? ਜੇ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ ਵੇਦ ਪੁਰਾਣ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਤੇ ਸ਼ੰਕੇ ਹੋਰ ਪੀੜੇ ਹੋ ਜਾਂਦੇ ਨੇ, ਕਿਉਂਕਿ ਧਾਰਮਿਕ ਗ੍ਰੰਥ ਕੁਝ ਕਰਮ ਕਰਨ ਦੀ ਆਗਿਆ ਦਿੰਦੇ ਨੇ, ਕੁਝ ਕਰਨ ਤੋਂ ਵਰਜਦੇ ਨੇ। ਸੰਸਾ ਸਦ ਹਿਰਦੇ ਵਸੀ ਕੌਣ ਹਿਰੇ ਅਭਿਮਾਨ। ਜੇਕਰ ਸ਼ੰਕਾ ਹਿਰਦੇ ਦੇ ਅੰਦਰ ਹੋਰ ਪੱਕਾ ਹੋ ਗਿਆ, ਪੀੜਾ ਹੋ ਗਿਆ, ਫਿਰ ਅੰਦਰਲੀ ਹਉਮੈ ਕਿਵੇਂ ਮਰੇਗੀ? ਹਉਮੈ ਤਾਂ ਹੋਰ ਵੱਧ ਜਾਂਦੀ ਹੈ। ਸ਼ੰਕਾ ਸੁਨ ਵੇਦ ਪੁਰਾਣਾ ਸੰਸਾ ਸਦ ਹਿਰਦੇ ਵਸੀ ਕੌਣ ਹਿਰੇ ਅਭਿਮਾਨ। ਅੰਦਰਲਾ ਹਉਮੈ ਕਿਵੇਂ ਮਰੇ, ਅਹੰਕਾਰ ਕਿਵੇਂ ਮਰੇ, ਮੈਂ ਮੇਰੀ ਕਿਵੇਂ ਖਤਮ ਹੋਵੇ। ਸ਼ੰਕਾ ਸੁਨ ਵੇਦ ਪੁਰਾਣ ਸੰਸਾ ਸਦ ਹਿਰਦੇ ਵਸੀ ਕੌਣ ਹਿਰੇ ਅਭਿਮਾਨ। ਬਾਹਰ ਉਦਕ ਪਖਾਰੀਏ ਕਟ ਭੀਤਰ ਬਭਿਦ ਬੇਕਾਰ। ਸ਼ੁੱਧ ਕਵਨ ਪਰ ਹੋਈ ਬੂ ਸੁਚ ਕੁੰਚਰ ਵਿਦ ਵਿਵਹਾਰ। ਪਾਤਸ਼ਾਹ ਨੇ ਜਦੋਂ ਤੱਕਿਆ ਨਾ, ਦੁਨੀਆ ਤੀਰਥਾਂ ਦੇ ਇਸ਼ਨਾਨ ਤੇ ਜਾ ਰਹੀ ਹੈ ਤੇ ਆਪਣੇ ਆਪ ਨੂੰ ਸਮਝਦੇ ਅਸੀਂ ਬਹੁਤ ਵੱਡਾ ਕਰਮ ਕਰਿਆ, ਤੀਰਥ ਤੇ ਇਸ਼ਨਾਨ ਕਰ ਲਿਆ, ਹੁਣ ਸਾਡੇ ਮੈਲ ਨਿਕਲ ਗਈ ਆ, ਖੋਟੇ ਕਰਮ ਖਤਮ ਹੋ ਗਏ ਆ। ਪਾਤਸ਼ਾਹ ਬਚਨ ਕਰਦੇ ਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ। ਇਹ ਲੱਖਾਂ ਯਤਨ ਕਰਨਾ, ਮਨ ਦੀ ਮੈਲ ਨਹੀਂ ਉਤਰਦੀ।
ਮਨ ਦੀ ਮੈਲ ਤਾਂ ਪ੍ਰਭ ਕੀ ਸਿਮਰਨ ਮਨ ਕੀ ਮਲ ਜਾਏ। ਪਰਮੇਸ਼ਰ ਦੀ ਸਤਿਗੁਰ ਦੇ ਬਖਸ਼ੇ ਨਾਮ ਸਿਮਰਨ ਸਦਕਾ ਮਨ ਦੀ ਮੈਲ ਉਤਰਨੀ ਹੈ। ਇਸ ਲਈ ਸਾਧ ਸੰਗਤ ਜੀ ਪਾਤਸ਼ਾਹ ਬਚਨ ਕਰਦੇ ਨੇ, ਸ਼ੰਕਾ ਸੁਣ ਬੀਤ ਪੁਰਾਨ ਸੰਸਾ ਸਦ ਹਿਰਦੀ ਵਸੀ ਕੌਣ ਹੇਰੀ ਅਭਿਮਾਨ। ਬਾਹਰ ਉਦਕ ਪਖਾਰੀ ਘਟ ਭੀਤਰ ਵਿਵਿਧ ਵਿਕਾਰ। ਦੁਨੀਆ ਤੀਰਥਾਂ ਦੀ ਇਸ਼ਨਾਨ ਕਰਦੀ ਆ ਕਿ ਅਸੀਂ ਪਾਪਾਂ ਨੂੰ ਲਾ ਲਿਆ, ਜਦ ਕਿ ਪਹਿਲੇ ਪਾਪ ਲੱਥੇ ਨਹੀਂ, ਉੱਤੋਂ ਹੋਰ ਚੜਾਉਣੇ ਸ਼ੁਰੂ ਕਰ ਦਿੰਦੇ ਆ। ਇਸ ਨੂੰ ਪਾਤਸ਼ਾਹ ਕਹਿੰਦੇ, ਇੱਕ ਪੌ ਲੱਥੀ ਨਾਥਿਆਂ ਦੋਏ ਪਾ ਚੜੀ ਇਸ ਹੋਰ। ਬਾਹਰੋਂ ਧੋਤੀ ਤੂੰਬੜੀ ਅੰਦਰ ਬਿਸਨ, ਅੰਦਰ ਤੇ ਹਉਮੈ ਹੋਰ ਵੱਧ ਗਈ। ਇਸ ਲਈ ਪਾਤਸ਼ਾਹ ਕਹਿੰਦੇ ਸਾਡਾ ਤੀਰਥਾਂ ਦਾ ਇਸ਼ਨਾਨ ਤਾਂ ਇੱਕ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਹੈ। ਜਿਵੇਂ ਹਾਥੀ ਨੂੰ ਸਾਧ ਸੰਗਤ ਜੀ ਜਿਹੜੇ ਹਾਥੀ ਰੱਖਦੇ ਨੇ ਉਹ ਇਸ਼ਨਾਨ ਕਰਾਉਂਦੇ ਨੇ, ਪਰ ਹਾਥੀ ਥੋੜ੍ਹੀ ਦੇਰ ਬਾਅਦ ਸੁੰਡ ਨਾਲ ਮਿੱਟੀ ਪੁੱਟ ਕੇ ਆਪਣੇ ਉੱਪਰ ਪਾ ਲੈਂਦਾ। ਇਸ ਨੂੰ ਪਾਤਸ਼ਾਹ ਕਹਿੰਦੇ ਬਾਹਰ ਉਦਕ ਪਖਾਰੀਏ ਘਟ ਭੀਤਰ ਵਿਵਿਧ ਬੇਕਾਰ। ਬਾਹਰੋਂ ਇਸ਼ਨਾਨ ਕੀਤਾ, ਅੰਦਰ ਵਿਕਾਰਾਂ ਰੂਪੀ ਮੈਲ ਆ, ਸੋਚ ਭੈੜੀ ਆ। ਸੂਰਤ ਤੇ ਬਹੁਤ ਸੋਹਣੀ ਆ ਬਾਹਰੋਂ ਦੇਖਣ ਨੂੰ, ਪਰ ਅੰਦਰ ਸੋਚ ਬੜੀ ਭੈੜੀ ਆ। ਪਰ ਪਰਮੇਸ਼ਰ ਜਿਹੜਾ ਬਾਹਰੋਂ ਸੂਰਤ ਨਹੀਂ ਤੇ ਅੰਦਰੋਂ ਸੋਚ ਦੇਖਦਾ ਹੈ, ਸੀਰਤ ਦੇਖਦਾ ਕਿ ਸੋਚ ਕੀ ਆ। ਇਸ ਲਈ ਆਪਾਂ ਕਹਿੰਦੇ ਬੰਦਾ ਦੇਖਣ ਨੂੰ ਤਾਂ ਬੜਾ ਭਲਾ ਲੱਗਦਾ ਏ, ਪਰ ਸੱਟ ਬੜੀ ਕਰਾਰੀ ਵੱਡੀ ਆ। ਪਰਮਾਤਮਾ ਜਿਹੜਾ ਉਹ ਫਿਰ ਅੰਦਰੋਂ ਦੇਖਦਾ ਏ, ਇਹਦਾ ਅੰਦਰ ਸੋਚ ਕੀ ਆ। ਬਾਹਰੋਂ ਸ਼ਕਲਾਂ ਤੇ ਅੱਜ ਕੱਲ੍ਹ ਸਾਧ ਸੰਗਤ ਦੀ ਦੁਨੀਆ ਹੀ ਜਾਣਦੀ ਆ ਕਿਹੋ ਜਿਹੀਆਂ। ਇਸ ਲਈ ਪਾਤਸ਼ਾਹ ਕਹਿੰਦੇ ਨੇ ਅੱਜ ਦੁਨੀਆ ਦੇ ਉੱਤੇ ਦਿਖਾਵਾ ਵੱਧ ਗਿਆ ਹੈ। ਇਸ ਲਈ ਬਾਹਰੋਂ ਦਿਖਾਵੇ ਕਰਨ ਲਈ ਤੇ ਦੁਨੀਆ ਬਥੇਰਾ ਅਡੰਬਰ ਰਚਦੀ ਹੈ। ਤੀਰਥਾਂ ਦੇ ਇਸ਼ਨਾਨ ਤੇ ਜਦੋਂ ਦੇਖਿਆ ਕਿ ਹਾਥੀ ਦੀ ਤਰ੍ਹਾਂ ਇਸ਼ਨਾਨ ਕਰਦੇ ਆ, ਬਾਹਰ ਫੇਰ ਬੇਈਮਾਨੀ, ਬੇਕਾਰੀ, ਬਖੀਲੀ, ਈਰਖਾ ਛੱਡੀ ਨਹੀਂ, ਪਹਿਲਾਂ ਨਾਲੋਂ ਵੀ ਜ਼ਿਆਦਾ ਪਾਪ ਕਰਮ ਕਮਾਉਣੇ ਸ਼ੁਰੂ ਕਰ ਦਿੰਦੇ ਆ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬਾਹਰ ਉਦਕ ਪਖਾਰੀਏ ਘਟ ਭੀਤਰ ਵਿਵਿਧ ਬੇਕਾਰ। ਅੰਦਰ ਤੇ ਵਿਕਾਰਾਂ ਦੀ ਮੈਲ ਨਾਲ ਭਰਿਆ ਹੋਇਆ ਹੈ, ਬਾਹਰੋਂ ਧੋਣਾ ਕਿਤੇ ਮੈਲ ਥੋੜ੍ਹਾ ਉਤਰ ਜਾਣੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੇਂ ਕੈ ਰੰਗ। ਪਰਮੇਸ਼ਰ ਦੇ ਨਾਮ ਸਿਮਰਨ ਨਾਲ ਅੰਦਰਲੀ ਮੈਲ ਉਤਰਨੀ ਆ। ਇਸ ਲਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਪਾਣੇ ਕੇ ਨਾਏ ਕਰੀਦੀ ਤੇ ਤਾਂ ਨਹਾਵਾਂ ਜੇ ਪਰਮੇਸ਼ਰ ਨਹਾਤਾ ਤੈਨੂੰ ਚੰਗਾ ਲੱਗਾ। ਜੇ ਮਨ ਦੀ ਮੈਲ ਨਹੀਂ ਉਤਰਨੀ ਫਿਰ ਤੀਰਥ ਨਹਾਉਣ ਦਾ ਕੀ ਫਾਇਦਾ। ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਜੇ ਪਰਮੇਸ਼ਰ ਤੈਨੂੰ ਭਾਉਣਾ ਹੀ ਨਹੀਂ ਫਿਰ ਕੀ ਫਾਇਦਾ ਹੈ। ਜੇ ਈਰਖਾ, ਬਖੀਲੀ, ਦਵੈਤ, ਚੁਗਲੀ, ਨਿੰਦਿਆ ਛੱਡਣੀ ਨਹੀਂ ਫਿਰ ਨਹਾਉਣ ਦਾ ਕੀ ਫਾਇਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬਾਹਰ ਉਦਕ ਪਖਾਰੀਏ ਘਟ ਭੀਤਰ ਵਿਵਿਧ ਬੇਕਾਰ। ਅੰਦਰ ਤੇ ਵਿਕਾਰਾਂ ਦੀ ਮੈਲ ਦੁੱਗਣੀ ਹੋ ਗਈ ਹੈ। ਘਟ ਭੀਤਰ ਵਿਵਿਧ ਬੇਕਾਰ। ਸ਼ੁੱਧ ਕਵਨ ਪਰ ਹੋਏ ਬੋ ਸੁਚ ਕੁੰਚਰ। ਕਿਵੇਂ ਸ਼ੁੱਧ ਹੋ ਜਾਏ, ਕਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਕਿਵੇਂ ਤੇਰਾ ਜੀਵਨ ਸਫਲ ਹੋ ਜਾਏ। ਤੇਰਾ ਨਹਾਉਣ ਤੇ ਹਾਥੀ ਦੀ ਤਰ੍ਹਾਂ ਹੈ। ਸੁਚ ਕੁੰਚਰ ਵਿਦ ਵਿਵਹਾਰ ਕੇਵਲ ਵਿਵਹਾਰ ਹੈ। ਇਸ ਲਈ ਪਾਤਸ਼ਾਹ ਨੇ ਕਹਿਣਾ ਪਿਆ ਸਾਧ ਸੰਗਤ ਜੀ ਕੋਟ ਮੱਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਦੀ। ਕੋਟ ਮੱਦੀ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਦੀ। ਕਰੋੜਾਂ ਦੇ ਵਿੱਚ ਕੋਈ ਇੱਕ ਬਿਰਲਾ ਸੇਵਕ ਹੋਇਆ ਕਰਦਾ ਹੈ ਜਿਹੜੇ ਅੰਦਰੋਂ ਸੱਚ ਤੇ ਬਾਹਰੋਂ ਸੱਚ। ਨਹੀਂ ਤਾਂ ਮੇਰੇ ਵਰਗੇ ਅੰਦਰੋਂ ਈਰਖਾ, ਬਖੀਲੀ, ਨਿੰਦਿਆ, ਚੁਗਲੀ ਨਾਲ ਭਰੇ ਪਏ। ਬੰਦੇ ਨੂੰ ਬੰਦਾ ਦੇਖ ਕੇ ਰਾਜੀ ਨਹੀਂ ਸਾਧ ਸੰਗਤ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ ਬਾਹਰ ਉਦਕ ਪਖਾਰੀ ਘਟ ਭੀਤਰ ਵਿਵਿਧ ਵਿਕਾਰ। ਸ਼ੁੱਧ ਕਵਨ ਪਰ ਹੋਏ ਵੋ ਸੁਤ ਕੁੰਤਰ ਵਿਦ ਵਿਹਾਰ। ਰਵ ਪ੍ਰਗਾਸ ਰਜਨੀ ਜਥਾ ਗਤ। ਪਾਤਸ਼ਾਹ ਬਚਨ ਕਰਦੇ ਨੇ ਜਦੋਂ ਸੂਰਜ ਚੜ੍ਹਦਾ ਹੈ ਨਾ ਫਿਰ ਰਾਤ ਆਪਣੇ ਆਪ ਖਤਮ ਹੋ ਜਾਂਦੀ। ਇਸੇ ਤਰ੍ਹਾਂ ਜਦੋਂ ਪਰਮ ਪਿਤਾ ਪਰਮ ਪਰਮੇਸ਼ਰ ਗੁਰੂ ਮਿਹਰ ਕਰਦਾ ਹੈ, ਬ੍ਰਹਮ ਗਿਆਨ ਬਖਸ਼ਦਾ ਹੈ, ਫਿਰ ਅਗਿਆਨਤਾ ਦਾ ਹਨੇਰਾ ਦੂਰ ਹੁੰਦਿਆਂ ਦੇਰ ਨਹੀਂ ਲੱਗਦੀ। ਪਾਰਸ ਮਾਨੋ ਤੂੰ ਬੇਸ਼ੂਏ। ਜਿਵੇਂ ਪਾਰਸ ਤਾਂਬੇ ਨਾਲ ਛੂ ਜਾਏ ਸੋਨਾ ਬਣਦਾ ਦੇਰ ਨਹੀਂ। ਇਸੇ ਤਰ੍ਹਾਂ ਜਦੋਂ ਪਰਮ ਪਰਸ ਬ੍ਰਹਮ ਗੁਰੂ ਦੀ ਆਸ਼ੀਰਵਾਦ ਮਿਲਦਾ ਏ, ਦੀਦਾਰ ਮਿਲਦਾ ਏ, ਨਾਮ ਦੀ ਦਾਤ ਮਿਲਦੀ ਏ ਤੇ ਬੇਕਾਰ ਆਪਣੇ ਆਪ ਖਤਮ ਹੋ ਜਾਂਦੇ ਨੇ। ਪਾਰਸ ਮਾਨੋ ਤਾਂਬੂ ਛੂਏ ਕਨਕ ਹੋਤ ਨਹੀਂ ਬਾਹਰ। ਪਰਮ ਪਰਸ ਗੁਰ ਭੀਟੀ ਪੂਰਬ ਲਿਖਤ ਲ। ਜਦੋਂ ਪੂਰਬ ਲਿਖ ਕਰਮ ਜਾਗਦੇ ਉਨ ਮਨ ਹੀ ਮਿਲੇ ਛੁੱਟ ਕਤ ਵਜਰ ਕਪਾਟ। ਉਹੀ ਮਨ ਸਤਿਗੁਰ ਦੇ ਚਰਨਾਂ ਵਿੱਚ ਮਨ ਜੁੜ ਜਾਂਦਾ ਹੈ। ਉਨ ਮਨ ਹੀ ਮਿਲੇ ਛੁੱਟ ਕਤ ਵਜਰ ਕਪਾਟ। ਜਿਹੜੀ ਹਉਮੈ ਦੀ ਕਾਂਦਿਆ ਫਿਰ ਟੁੱਟ ਜਾਂਦੀ ਹੈ। ਸੋਈ ਵਸ ਰਸ ਮਨ ਮਿਲੇ। ਉਸੀ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਹੈ। ਸੋਈ ਵਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਫਿਰ ਪਤਾ ਲੱਗਦਾ ਏ ਇਹ ਸੰਸਾਰ ਵਿੱਚ ਵੀ ਨਿਰੰਕਾਰ ਆ ਤੇ ਸਾਧ ਸੰਗਤ ਦੀ ਜੂ ਬ੍ਰਹਮੰਡੇ ਸੋਈ। ਉਹੀ ਹਿਰਦੇ ਦੇ ਅੰਦਰ ਪਰਮੇਸ਼ਰ ਪਰਮਾਤਮਾ ਨਿਵਾਸ ਕਰਦਾ ਹੈ। ਸੋਈ ਵਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ।
ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਾਰੇ ਪਰਮ ਪਾਸ, ਪ੍ਰੇਮ ਭਗਤ ਨੀ ਉਪਜੀਤਾ, ਤੇ ਰਵਿਦਾਸ ਉਦਾਸ। ਗੁਰੂ ਕਿਰਪਾ ਤੋਂ ਬਿਨਾ, ਪਰਮ ਪਾਸ ਬ੍ਰਹਮ ਗੁਰੂ ਤੋਂ ਬਿਨਾ ਜੰਮ ਦੀ ਫਾਹੀ ਗਲਾਂ ਵਿੱਚ ਪਈ ਹੈ। ਇਸ ਲਈ ਪ੍ਰੇਮ ਭਗਤ ਨੇ ਉਪਜੀਤਾ, ਤੇ ਰਵਿਦਾਸ। ਪ੍ਰੇਮਾ ਭਗਤੀ ਤੇ ਗੁਰੂ ਦੀ ਕਿਰਪਾ ਨਾਲ ਹੀ। ਇਸ ਲਈ ਸਾਧ ਸੰਗਤ ਜੀ, ਆਪ ਤਿਆਗ ਸਰਣੀ ਪਵਾ, ਮੁਖ ਬੋਲੀ ਮਿਠੜੀ ਬੈਣਾ, ਜਨਮ ਜਨਮ ਕਾ ਵਿਛੜਿਆ ਹੋਵੇ, ਹਰ ਮਿਲੈ ਸੱਜਣ ਸਹਿਣ। ਸਾਧ ਸੰਗਤ ਜੀ, ਬਹੁਤ ਜਨਮ ਭਰਮਤ ਹੈ ਹਾਰਿਓ, ਅਸਥਰ ਮਤ ਨਹੀਂ ਪਾਈ। ਭਰਮ ਦੇ ਅੱਡ ਮਨੁੱਖ ਦੀ ਪ੍ਰਾਪਤ ਹੋਈ ਆ। ਤੇ ਸਾਧ ਸੰਗਤ ਜੀ, ਸ਼੍ਰੀ ਗੁਰਦਾਸ ਇਤਿਹਾਸ ਧੰਨ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ, ਜਿੱਥੇ ਪਾਤਸ਼ਾਹ ਨੇ ਅੰਮ੍ਰਿਤ ਧਾਰਾ ਪ੍ਰਗਟ ਕਰਕੇ ਨਾਮ ਦੀ ਦਾਤ, ਸਿਮਰਨ ਦੀ ਦਾਤ, ਰਹਿਮਤਾਂ ਦੇ ਖਜ਼ਾਨੇ ਬਖਸ਼ੇ ਨੇ। ਆਪਾਂ ਵੀ ਆਪਣਾ ਜੀਵਨ ਸਫਲ ਕਰਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਜੁੜ ਕਰਕੇ ਸਾ ਸੇਵਾ ਕੀਤੀ, ਸਫਲੇ ਸਤਿਗੁਰ ਕਾ ਮਨ, ਤਨ ਮਨ ਕਰਕੇ ਹੋਏ ਨਿਹਾਲ, ਜਾਂ ਗੁਰਦੀਖਾਂ ਸਾਹਮਣੇ ਸਤਿਗੁਰ ਦੇ ਚਰਨਾਂ ਵਿੱਚ ਜੁੜ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਈਏ ਜੀ। ਹੁਣਾਂ ਭੁੱਲਾਂ ਦੀ ਖਿਮਾ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਦਾਸ ਜੀ, ਧੰਨ ਸਤਿਗੁਰੂ ਦਾਸ ਜੀ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਸਮੂਹ ਆਲ ਇੰਡੀਆ ਦੇ ਧਰਮ ਮਿਸ਼ਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਚਰਨ ਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਕਾਰ ਸੇਵਾ ਆਰੰਭ ਹੈ। ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ਸਮਰੱਥਾ ਬਖਸ਼ਿਸ਼ ਕੀਤੀ ਹੈ, ਉਸ ਨੂੰ ਮੁੱਖ ਰੱਖ ਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦੇ ਹੋਏ, ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਦੇ ਹੋਏ, ਜੇ ਆਪ ਜੀ ਦੇ ਪਾਸ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਤੇ ਉਸ ਦੇ ਵਿੱਚੋਂ ਕੁਝ ਨਾ ਕੁਝ ਦਸੌਂ ਕੱਢ ਕੇ ਗੁਰੂ ਪਾਤਸ਼ਾਹ ਦੇ ਕਾਰ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ, ਆਪਣੇ ਜਨਮ ਸਫਲ ਕਰੋ ਜੀ। ਪਿੰਡ ਬੈਂਸੀ, ਜ਼ਿਲ੍ਹਾ ਰੋਹਤਕ, ਹਰਿਆਣਾ, +2 ਦੀ ਹੋਣਹਾਰ ਵਿਦਿਆਰਥਣ, ਜਿਸ ਨੇ ਜ਼ਿਲ੍ਹਾ ਵਿੱਚੋਂ ਪਹਿਲਾ ਤੇ ਸਟੇਟ ਵਿੱਚੋਂ ਚੌਥਾ ਨੰਬਰ ਪ੍ਰਾਪਤ ਕਰਕੇ ਸਮਾਜ ਦਾ ਸਿਰ ਉੱਚਾ ਕੀਤਾ ਹੈ। ਹੋਣਹਾਰ ਬੇਟੀ ਮਨੀਸ਼ਾ ਦਾ ਘਰ ਸ਼੍ਰੀ ਗੁਰੂ ਰਵਿਦਾਸ ਸਭਾ ਸਾਊਥਹਾਲ ਦੇ ਸੇਵਾਦਾਰਾਂ ਨੇ ਬਣਾਉਣ ਦੀ ਜ਼ਿੰਮੇਵਾਰੀ ਸੰਤ ਜਗੀਰ ਸਿੰਘ ਨੂੰ ਸੌਂਪੀ ਹੈ। ਇਸ ਮੌਕੇ ਤੇ ਆਧਰਮ ਪੱਤਰਕਾਰਾਂ ਨੂੰ ਰੀਚ ਕਰਦੇ ਹੋਏ ਬੇਟੀ ਮਨੀਸ਼ਾ, ਪੀਰਚੰਦ, ਸੁਰੀਲਾ ਸੰਪਾਦਕ ਰਾਮ ਸਿੰਘ ਬੱਦਣ, ਗਿਆਨ ਚੰਦ, ਜੈਪਾਲ, ਮਾਸਟਰ ਸੁਸ਼ੀਲ, ਜਸਵਿੰਦਰ ਬਲ ਤੇ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਆਧਰਮ ਪੱਤਰਿਕਾ ਹਿੰਦੀ ਪੰਜਾਬੀ ਮਾਸਿਕ ਦੀ ਸਹਿਯੋਗੀ ਰਾਸ਼ੀ 1 ਸਾਲ ਦੀ 150 ਰੁਪਏ ਹੈ। ਮੁੱਖ ਸੰਪਾਦਕ ਨਾਜਰਾ ਮਾਨ 94 171 24 454, ਸੰਪਾਦਕ ਬੀਰਚੰਦ ਸੁਰੀਲਾ 98 149 27 630, ਸਹਿ ਸੰਪਾਦਕ ਅਜੀਤ ਰਾਮ ਖੈਤਾਨ, ਰਾਮ ਸਿੰਘ ਬੱਦਣ ਹਨ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਤੁਸੀਂ ਆਪਣੀ ਰਾਏ ਇਹਨਾਂ ਨੰਬਰਾਂ ਤੇ ਦਿਓ। ਸਾਡੇ ਨੰਬਰ ਹਨ 98 149 27 630, 88 727 52 727, 97 796 27 888।